ठीक नहीं होगा क्योंकि परमिशन नहीं है तो थोड़ा प्यार खिंच लिया क्योंकि होर गल सुन लियो इधर साला बांदर जा के तुरया फिरदा एवरीडी प्रधानगियां मैं नहीं थुकूंगा प्रधान तुसीं बनाओगे सारे किहनूं दिल करूंगा मैं गुंडागर्दी नहीं करनी ना करन देनी है तुसीं आप ही चुनियो सारे बांदर जे उतों लो जी ढिल्लों साहब ने कहा साला 5 बार हारिया पे ढिल्लों साहब मेरा हल्का बर्बाद करो तगड़े रहो मेरी जेब चो चिट्ठी नहीं निकलूगी चिट्ठी तुसीं लोग कटोगे सुलह संमति नाल थोड़ी इंडस्ट्री नाल मीटिंग कराऊंगा बिठा के काम दवाऊंगा अज तो रंग भी नहीं आते थोड़े हाल अज थानू 30 साल बाद किसी थोड़े ट्रांसपोर्टर को मौका मिले भी गल सुन लो सही बात है जे मनु टिकट दी ना पार्टी ने तो थोड़े ट्रांसपोर्टर करके दी है मुक्की गल ये कले कले रंधावे बन जाओ अपने पिंड ना हरा लियो अपने शहर ना वार्ड ना हरा लियो तगड़े होकर चलाओ देखो एडे पेट वाले प्रधान ध्यान करो सारे अपने भाई हैं इस करके भाई चाहे अकाली है चाहे कांग्रेसी है साड़ी की लड़ाई नहीं है किसी की साड़ी रोटी की लड़ाई है सत श्री अकाल चलो फिर चल हौली 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 चली जा चल जा
ਸਰਦਾਰ ਕੁਲਦੀਪ ਸਿੰਘ ਰੰਧਾਵਾ, ਸਰਦਾਰ ਕੁਲਦੀਪ ਸਿੰਘ ਰੰਧਾਵਾ, ਸਰਦਾਰ ਕੁਲਦੀਪ ਸਿੰਘ ਰੰਧਾਵਾ, ਭਗਵੰਤ ਮਾਨ, ਭਗਵੰਤ ਮਾਨ, ਭਗਵੰਤ ਮਾਨ, ਭਗਵੰਤ ਮਾਨ। ਕੁਲਦੀਪ ਸਿੰਘ ਜਿੰਦਾਬਾਦ, ਸਰਦਾਰ ਕੁਲਦੀਪ ਸਿੰਘ ਰੰਧਾਵਾ, ਭਗਵੰਤ ਮਾਨ ਜਿੰਦਾਬਾਦ, ਭਗਵੰਤ ਮਾਨ ਜਿੰਦਾਬਾਦ, ਭਗਵੰਤ ਮਾਨ ਜਿੰਦਾਬਾਦ, ਸਰਦਾਰ ਕੁਲਦੀਪ ਸਿੰਘ ਰੰਧਾਵਾ, ਸਰਦਾਰ ਕੁਲਦੀਪ ਸਿੰਘ ਰੰਧਾਵਾ, ਪਿੰਡ ਹੈਬਤਪੁਰ ਵੱਲੋਂ ਹਫ਼ਤਪੁਰ ਦੇ ਵਿੱਚ ਆ ਦਿਖਾਤਾ ਇੱਕ ਪਾਸੜ ਫੈਸਲਾ ਕਰਤਾ ਯਾਰ, ਕਮਾਲ ਹੈ, ਸਲੂਟ ਕਰਨਾ ਹਫ਼ਤਪੁਰ ਵਾਲਿਆਂ ਨੂੰ। ਬਾਕੀ ਮੈਂ ਬਹੁਤਾ ਭਾਸ਼ਣ ਨਹੀਂ ਕਰਨਾ ਸੀ, ਇੱਕ ਵਜੇ ਜੀਰਕਪੁਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਮੌਕਾ ਦੇ ਕੇ ਦੇਖਿਓ ਭਗਵੰਤ ਮਾਨ ਨੂੰ, ਕੇਜਰੀਵਾਲ ਨੂੰ, ਇੱਕ ਮੌਕਾ। ਤੁਹਾਡਾ ਭਾਈ ਭਤੀਜਾ ਤੁਹਾਡੇ ਕੋਲ ਬੇਨਤੀ ਕਰਨਾ ਆ, ਇੱਕ ਮੌਕਾ ਦੇ ਕੇ ਦੇਖਿਓ, ਪਾਰਟੀ ਬਾਜੀ ਬਣਾ ਦੂੰਗਾ ਲੋਕਾਂ ਨੂੰ ਇੱਕ ਵਾਰ। ਮੌਕਾ ਦੇ ਦਿਓ, ਮੌਕਾ ਦੇ ਦਿਓ। ਸਰਕਾਰਾਂ ਨੇ ਜਿਹੜੇ ਲੋਟੂ ਟੋਲਾ ਸਾਡੇ ਪੰਜਾਬ ਨੂੰ ਬਰਬਾਦ ਕਰਦੇ ਆ, ਮੈਂ ਅੱਜ ਹੈਬਤਪੁਰ ਵਾਸੀ ਸਭ ਤੋਂ ਪਹਿਲਾ ਪਿੰਡ ਹੈ ਹੈਬਤਪੁਰ, ਜਿਹਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਸਾਰੇ ਪਿੰਡ 'ਚ ਨਾ ਕਾਲੀਆਂ ਔਰ ਕਾਂਗਰਸੀ ਕੋਈ ਝੰਡੇ ਨਹੀਂ ਦਿਖੀ। ਕੁਲਜੀਤ ਰੰਧਾਵਾ ਮਰਨੇ ਦਮ ਤੱਕ ਯਾਦ ਰੱਖੂਗਾ ਹੈਬਤਪੁਰ ਵਾਲੇ ਨੇ ਮੈਨੂੰ ਕਿਹਾ। ਮੇਰੀਆਂ ਭੈਣਾਂ, ਮੇਰੇ ਭਾਈ, ਓਏ ਯਾਰ ਕਿਆ ਕਰਤਾ ਤੁਸੀਂ, ਨੇਰੀ ਦੀ ਆਤੀ ਹੈ, ਸੱਚੀ ਗੱਲ ਹੈ। ਇੱਕ ਪਾਸੜ ਫੈਸਲਾ ਕਰਤਾ, ਇੱਕ ਤਰਫਾ ਕਰਤਾ। ਆ ਖੜੇ ਆ ਬਾਪੂ ਦੇ ਯਾਰ, ਆ ਖੜੇ ਆ ਮੇਰੇ ਯਾਰ, ਉਹਦੇ ਬੱਚੇ ਸਾਡੇ ਕਮਾਲ ਕਰਦੀ ਬਈ। ਬਹੁਤ ਧੰਨਵਾਦ ਆ ਤੁਹਾਡਾ, ਮੈਂ ਦੇਣਾ ਨਹੀਂ ਦੇ ਸਕਦਾ। ਮੇਰੀਆਂ ਬੀਬੀਆਂ ਭੈਣਾਂ ਨੇ ਜਿਹੜੀ ਹਾਜ਼ਰੀ ਲਵਾਈ ਹੈ, ਅੱਜ ਮੇਰੀ ਜ਼ਿੰਦਗੀ ਦਾ ਇਤਿਹਾਸਕ ਦਿਨ ਹੈ। ਅੱਜ ਮੈਨੂੰ 30 ਸਾਲ ਘਰ ਤੋਂ ਨਿਕਲਣ ਹੋ ਗਏ ਰਾਜਨੀਤੀ 'ਚ, ਪਰ ਇੰਨਾ ਵੱਡਾ ਪਿਆਰ ਨਹੀਂ ਕਿਸੇ ਨੇ ਕਹਿਣਾ ਹੈ ਦੁਬਾਰਾ ਦਿੱਤਾ। ਸਲੂਟ ਕਰਦਾ ਤੁਹਾਡੇ ਜਜ਼ਬੇ ਨੂੰ ਬਾਈ। ਮੈਨੂੰ ਤਾਂ ਇਹ ਵੀ ਲੱਗਦਾ ਲੋਕਾਂ ਪਰ ਤੁਸੀਂ ਨਾ ਸਕਾਈ ਦੇ ਵਿੱਚ ਲਾਤਾ, ਸਕਾਈ ਸਾਹਿਬ ਅੱਜ ਤੁਸੀਂ ਉਹ ਬਰਾਮਦ ਕਰਤਾ ਵੀ ਐਨਕੇ ਸ਼ਰਮਾ ਜਿਹੜਾ ਨਲਕਾ ਨਾ, ਨਲਕਾ ਦਾ ਨਾਮ ਨਲਕਾ ਰੱਖਿਆ ਵਾ ਮੈਂ, ਉੱਪਰ ਘੱਟ ਥੱਲੇ ਜ਼ਿਆਦਾ। ਦੋਵੇਂ ਪਾਸੇ ਮਹਾਣੀ ਨੇ ਛੱਡਿਆ ਹੋਣਾ ਜਿਹੜਾ ਆ ਪੈਸੇ ਇਕੱਠੇ ਕਰਨ ਵਾਲਾ ਜਿਹੜਾ ਹੈਗਾ ਢਿੱਲੋਂ, ਆ ਗਲੀਆਂ ਪੱਟਦੀਆਂ ਯਾਰ, ਚੋਰ ਲੋਕਾਂ ਨੇ ਕੀ ਬਣਿਆ। ਤੁਸੀਂ 64 ਪਿੰਡਾਂ ਦਾ ਸਰਪੰਚ ਵੀ ਮੈਨੂੰ ਬਣਾਇਆ ਤਾਂ, ਟਰੱਕੀ ਉਹਨਾਂ ਨੇ 12 ਸਾਲ ਪ੍ਰਧਾਨ ਬਣਾ ਕੇ ਰੱਖਿਆ, ਪੰਚਾਇਤੀ ਰਾਜ ਦਾ ਪੰਜਾਬ ਦਾ ਪ੍ਰਧਾਨ ਤੁਸੀਂ ਬਣਾਇਆ, ਟਰਾਂਸਪੋਰਟ ਵਿੰਗ ਦਾ ਬਣਾਇਆ ਟਰਾਂਸਪੋਰਟਰੋ। ਤੁਹਾਡੀ ਆਵਾਜ਼ ਪਿੱਛੇ ਪਾਰਟੀ ਛੱਡੀ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਕੇ ਹਟਿਆ। ਕੇਜਰੀਵਾਲ ਸਾਹਿਬ ਤੋਂ ਛੱਤ ਭਗਵੰਤ ਮਾਨ ਤੋਂ ਬਿਆਨ ਹੋਇਆ ਸੀਗਾ ਕਿ ਵਿਧਾਨ ਸਭਾ ਦੇ ਪਹਿਲੇ ਸੈਸ਼ਨ 'ਚ ਟਰੱਕੀ ਨੂੰ ਬਹਾਲ ਕੀਤੀਆਂ ਜਾਣਗੀਆਂ, ਪੰਜਾਬ ਦੀ ਕਿਸਾਨੀ ਬਹਾਲ ਕੀਤੀ ਜਾਊਗੀ। ਤੁਹਾਡਾ ਸਾਰਿਆਂ ਦਾ ਧੰਨਵਾਦ। ਅੱਜ ਇੰਨਾ ਤੁਸੀਂ ਪਿਆਰ ਦੇ ਦਿੱਤਾ, ਮੈਨੂੰ ਰਾਤ ਨੂੰ ਸੁਪਨੇ ਵੀ ਤੁਹਾਡੇ ਸਾਰਿਆਂ ਦੇ ਆਉਣੇ। ਜਾਗ ਜੋ ਅੱਜ ਯਾਦ ਕਰਿਓ ਕਿ ਸਾਡਾ ਮੇਰੀ ਮਾਂ ਹੱਥ ਜੋੜੀ ਕਰੀ ਹੈ। ਮਾਂ ਅਗਰ ਅੱਜ ਜੇ ਹੈਬਤਪੁਰ ਦੇ ਬੱਚਾ ਜਿੱਤ ਹੈ ਤਾਂ ਤੁਹਾਡੀ ਸਾਰਿਆਂ ਨੇ ਦੇਣਾ। ਮੇਰੀ ਕੱਲੀ ਭੈਣ, ਕੱਲੇ ਨੌਜਵਾਨ ਬੱਚੇ ਨੇ ਜਿੰਨਾ ਤੁਸੀਂ ਪਿਆਰ ਦਿੱਤਾ, ਮੈਂ ਸੱਚਮੁੱਚ ਤੁਹਾਡਾ ਕਾਇਲ ਹਾਂ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਆ ਚਾਚੀ ਨੇ ਖੜੇ ਆ, ਮੈਂ ਕਿਸ ਬਾਪ ਦਾ ਖੂਨ ਹੈ ਜੋ ਮੈਂ ਮੈਨੂੰ ਕਹੂੰਗਾ ਕਰਕੇ ਦਊਂਗਾ, ਝੂਠ ਬੋਲ ਕੇ ਰਾਜਨੀਤੀ ਨਹੀਂ ਕਰੂੰਗਾ। ਅਗਲੀ ਵਾਰ ਤੁਸੀਂ ਕੋਲ ਨਵਾਂ ਆਊਗਾ ਤਾਂ ਆਊਗਾ ਤੇ ਤੁਹਾਡੇ ਕੰਮ ਕਰੂਗਾ। ਔਰ ਮੈਂ ਵਾਅਦਾ ਕਰਦਾ ਹਲਕੇ ਵਾਲਿਆਂ ਨਾਲ, ਪਿੰਡ ਵਾਲਿਆਂ ਨਾਲ ਵੀ ਅਗਲੀ ਵਾਰ ਮੈਂ ਇਲੈਕਸ਼ਨ 'ਚ ਭੈਣ ਵੋਟਾਂ ਨਹੀਂ ਮੰਗਣ ਆਉਣੀਆਂ, ਵੋਟਾਂ ਮੰਗਣ ਨਹੀਂ ਆਊਂਗਾ। ਮੇਰੇ ਕੰਮ ਵਧਣਗੇ, ਮੈਂ ਖੇਸੀ ਦੇ ਘਰ ਸੁੱਤਾ ਆਊਂਗਾ, ਮੇਰਾ ਸਾਰਾ ਹਲਕਾ ਵੋਟਾਂ ਵਾਲੀ ਪਾਰਟੀ ਨੂੰ ਪਾਏਗਾ। ਬਣਾ ਦੇਣਗੇ ਸਾਨੂੰ ਪਾਰਟੀ ਬਾਜੀ ਇੱਕ ਵਾਰ। ਅੱਜ ਮੇਰੀ ਬੇਨਤੀ ਅਕਾਲੀ ਦਲ ਵਾਲੇ ਵੀਰਾਂ ਨੂੰ, ਕਾਂਗਰਸ ਵਾਲਿਆਂ ਨੂੰ, ਹੈਬਤਪੁਰ ਦੇ ਜੋ ਵਿੱਚ ਜੋ ਪਿਆਰ ਮਿਲਿਆ ਸ਼ਾਇਦ ਹੀ ਕਿਸੇ ਨੂੰ ਮਿਲਿਆ ਹੋਣਾ। ਮੇਰੇ ਰੌਂਗਟੇ ਖੜੇ ਹੋ ਗਏ ਤੁਹਾਡਾ ਪਿਆਰ ਦੇਖ ਕੇ। ਮੇਰੇ ਬੱਚੇ, ਮੇਰੀਆਂ ਭੈਣਾਂ, ਮਾਤਾਵਾਂ ਔਰ ਖਾਸ ਕਰ ਨੌਜਵਾਨ ਬੱਚਿਆਂ ਦਾ ਜਿਹੜਾ ਜਨੂਨ ਹੈ। ਅੱਜ ਫੈਕਟਰੀਆਂ 'ਚ ਨੌਕਰੀ ਹੈ ਨਹੀਂ, ਸਰਕਾਰੀ ਨੌਕਰੀ ਹੈ ਨਹੀਂ। ਅੱਜ ਇਸ ਪਿੰਡ ਦੇ ਵਿੱਚ ਲਗਭਗ 250 ਮੁੰਡਾ ਨੌਜਵਾਨ ਉਹ ਬੈਠਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਸੜਕ ਤੇ ਧੱਕੇ ਖਾ ਕੇ ਬਿਲਕੁਲ ਕਰਦਾ ਰਾਤ ਨੂੰ। ਪਾਣੀ ਥੱਲੇ ਗੰਦਾ ਕਰ ਦਿੱਤਾ, ਇੰਡਸਟਰੀ ਦਾ ਪੋਲਿਊਸ਼ਨ ਕਾਇਮ ਆਲਣ ਨੇ ਜਿੱਥੇ ਇੱਕ ਵਲੰਟੀਅਰ ਮਿਹਨਤੀ ਵਰਕਰ ਆਗੂ ਦਾ ਹਰ ਇੱਕ ਨੇਤਾ ਦਾ ਮੁੱਲ ਪਊਗਾ। ਕਿਉਂਕਿ ਕੁਲਜੀਤ ਰੰਧਾਵੇ ਦੀ ਜੇਬ 'ਚ MC ਨਹੀਂ ਨਿਕਲਦੇ, ਨਾ ਮੈਂ ਕੱਢਣਾ ਪ੍ਰਧਾਨ। ਤੁਹਾਡੇ ਇਸ ਕਚਹਿਰੀ 'ਚ ਕੁਰਸੀਆਂ ਢਾਹ ਕੇ ਤੁਸੀਂ ਆਪਣਾ MC ਆਪ ਬਣਾਓਗੇ, ਆਪਣਾ MLA ਆਪ ਬਣਾਓਗੇ, ਆਪਣਾ ਚੀਫ ਮਿਨਿਸਟਰ ਆਪ ਬਣਾਓਗੇ। ਤੁਸੀਂ ਸੀਵਰੇਜ ਦਾ ਬੁਰਾ ਹਾਲ ਹੈ, 2.5 ਫੁੱਟ ਪਾਣੀ ਖੜਾ। ਉਹ ਮਰ ਜੋ ਚੋਰੋ, ਤੁਸੀਂ ਡੇਰਾ ਬਸੀ ਹਲਕਾ ਜਾੜ ਕੇ ਖਾ ਲਿਆ। ਐਡਾ ਸੁੰਦਰ ਸ਼ਹਿਰ ਸੀਗਾ ਮੇਰਾ ਜੀਰਕਪੁਰ। ਉਹ ਗਲੀਆਂ ਦਾ ਹਾਲ ਦੇਖ ਲਓ, ਉਹ ਸੀਵਰੇਜ ਦਾ ਹਾਲ ਦੇਖ ਲਓ। ਇਹ ਬੇਸ਼ਰਮ ਲੋਕ ਲੁੱਟ ਕੇ ਖਾ ਗਏ। ਸਭ ਤੋਂ ਅਮੀਰ ਜਿਹੜੀ ਕਮੇਟੀ ਹੈ ਜ਼ਿਰਕਪੁਰ ਦੀ ਪੰਜਾਬ 'ਚ, ਉਹ ਜ਼ਿਰਕਪੁਰ ਭੁੱਲੇ ਫਿਰਦੇ ਹੋ। ਤੁਸੀਂ ਕਦੀ ਆਪਣਾ ਹੱਕ ਹੀ ਨਹੀਂ ਮੰਗਿਆ, ਇਹਦੇ ਗਲ ਤੇ ਗੋਡਾ ਕਿਉਂ ਨਹੀਂ ਰੱਖਿਆ? ਇਹ ਤੁਹਾਡੀਆਂ ਆਪ ਹੀ ਗਲਤੀਆਂ। ਤੁਸੀਂ ਆ ਜਾਓ, ਆਵਾਜ਼ ਦਿਓ, ਆਵਾਜ਼ ਦਿਓ। ਅਸੀਂ ਕਹਾਂਗੇ ਚੱਲੀ
ਅੱਜ ਜਿਹੜਾ ਆਦਮੀ ਆਪਣੀ ਪੰਚਾਇਤ ਨਹੀਂ ਪਾਉਂਦਾ, ਜਿਹੜਾ ਬੰਦਾ ਆਪਣੇ ਵਾਰਡ 'ਚ ਪਾਉਂਦਾ, ਕੋਈ ਭਗਵੰਤ ਮਾਨ ਹੋਏਗਾ, ਕੋਈ ਕੇਜਰੀਵਾਲ ਹੋਏਗਾ। ਆਉਣ ਵਾਲੀ ਸਰਕਾਰ ਬਣਨ ਤੋਂ ਬਾਅਦ ਮਾਨ ਸਤਿਕਾਰ ਉਹਦਾ ਹੋਏਗਾ ਜਿਹੜਾ ਆਪਣਾ ਵਾਰਡ, ਜਿਹੜਾ ਆਪਣਾ ਪਿੰਡ, ਜਿਹੜਾ ਆਪਣਾ ਕੂਚਾ, ਜਿਹੜਾ ਆਪਣੀ MC ਜਿਤਾਊਗਾ। ਇੱਥੇ ਕੋਈ ਵੀ ਸੁਰਜੀਤ ਰੰਧਾਵਾ ਭਗਵੰਤ ਮਾਨ ਦੀ ਜੇਬ ਤੋਂ ਚਿੱਠੀ ਨਹੀਂ ਨਿਕਲਣੀ। MC ਤੁਸੀਂ ਬਣਾਉਣੇ ਆ, ਫੈਸਲੇ ਤੁਸੀਂ ਲੈਣੇ ਆ। ਰੰਧਾਵਾ ਪਕਾਊ ਮਾਰ ਨਹੀਂ। ਤੁਸੀਂ ਤਗੜੇ ਹੋ ਕੇ ਇੱਕ ਵਾਰੀ ਮੇਰਾ ਸਾਥ ਦਿਓ। ਜਿਨ੍ਹਾਂ ਨੇ ਜਿਹੜਾ ਜ਼ਿਰਕਪੁਰ ਲੁੱਟਿਆ ਕੁੱਟਿਆ ਨਾ, ਇਹਨਾਂ ਦੇ ਗਲ 'ਚ ਡੰਡਾ ਦੇ ਕੇ ਘਰਾ ਕੇ ਤੁਹਾਡੇ ਸ਼ਹਿਰਾਂ ਤੇ ਲਾਉਂਗਾ। ਆਹ ਦੇਖੋ ਕਿ ਨਲਕਾ, ਆਹ ਨਲਕਾ ਦੇਖੋ ਤੁਹਾਡੇ ਨਾਲ ਲੋਹਗੜ੍ਹ 'ਚ। ਤੁਹਾਨੂੰ ਪਤਾ ਨਹੀਂ ਲੱਗਿਆ ਨਲਕਾ ਕੌਣ ਹੈ। ਜਿਹਦੀ ਗੱਲ ਕੀਤੀ ਇਹਦਾ ਜਿੱਥੇ ਠੱਗ ਗਿਆ ਅੱਜ ਉਹਦੀ ਸੀ ਉਹ ਤੇਰਾ ਯਾਰ ਬਾਦਰਾ ਬਾਹਰ ਨਿਕਲ ਗਿਆ ਦੇ 40,000 ਦੇ 50,000 ਤੁਹਾਡੇ ਬਾਪ ਦਾ ਰਾਜ ਹੋਵੇ। ਐਵੇਂ ਨਾ ਮੇਰੇ ਵਰਕਰ ਕਰਨੀ ਉਂਗਲ ਚੱਕ ਲਿਓ। ਆ ਜਿਹੜੇ ਤੂੰ ਲੱਖਾਂ ਰੁਪਇਆ ਕਾਕਾ ਚੋਰੀ ਕਰਕੇ ਠੱਗੀ ਮਾਰੀ ਹੈ ਨਾ, ਤੂੰ ਆਪਣੇ ਬਾਪੂ ਨੂੰ ਦੇਣੇ ਆ ਜਾਂ ਆਪਣੀ ਮੰਮੀ ਨੂੰ ਜਾ ਕੇ ਪਟਿਆਲੇ ਦੇਣੇ ਆ। ਆਹ ਡੇਰਾਬੱਸੀ ਹਲਕੇ ਦਾ ਜ਼ਿਰਕਪੁਰ ਸ਼ਹਿਰ ਹੈ। ਅੱਜ 5 ਸਾਲ ਬਾਅਦ ਤੁਸੀਂ ਵਾਰਡ ਵਾਲੇ ਕਹੋਗੇ ਕਿ ਜ਼ਿਰਕਪੁਰ ਚੰਡੀਗੜ੍ਹ ਬਣਿਆ। ਚੰਡੀਗੜ੍ਹ ਬਣਾ ਕੇ ਹਟੂਗਾ, ਡੱਟ ਕੇ ਰਹੂਗਾ। ਮੇਰਾ ਇੱਕ ਘਰ ਵਾਲਾ, ਮੇਰਾ ਇੱਕ ਘਰ ਦਾ ਨਿਵਾਸੀ, ਮੇਰੀਆਂ ਭੈਣਾਂ ਭਰਾ ਚਾਹੇ ਕਿਸੇ ਪਾਰਟੀ ਦਾ ਸੰਬੰਧ ਰੱਖਦੇ ਆ, ਅੱਜ ਰਾਜਨੀਤੀ ਗੱਲ ਨਹੀਂ ਕਰੂਗਾ। ਵੋਟ ਮੈਂ ਜ਼ਰੂਰ ਆਮ ਆਦਮੀ ਪਾਰਟੀ ਵਾਸਤੇ ਮੰਗਣਾ ਆ। ਤੁਸੀਂ ਆਜ਼ਾਦ ਕਰਾ ਲਓ ਤੇ ਜਿਹੜਾ ਜ਼ਿਰਕਪੁਰ ਦੇ ਵਿੱਚ ਵਿਕਾਸ ਕਰਨੇ ਹੋ, ਝੰਡੀਆਂ ਦੀ ਪਰਵਾਹ ਨਹੀਂ ਕਰਨੀ। ਆ ਨਲਕੇ ਦਾ ਹਾਲ ਦੇਖ ਲਿਓ, ਦਰਖਤਾਂ ਤੇ ਝੰਡੀਆਂ ਲਾਉਂਦਾ ਫਿਰਦਾ। ਅਸੀਂ ਲੋਕਾਂ ਦੇ ਦਿਲ 'ਚ ਝੰਡੀ ਲਾਉਂਦੇ ਆ, ਅਸੀਂ ਦਰਖਤਾਂ ਦੀ ਝੰਡੀ ਨਹੀਂ ਲਾਉਂਦੇ। ਅੱਜ ਇਹਨਾਂ ਦੇ ਜਿਹੜੇ ਸਭ ਤੋਂ ਸੰਭਾਲਣ ਵਾਲੇ ਲੋਕ ਚੋਰ ਲੋਕ ਬੈਠੇ ਹੁੰਦੇ, ਇਹਨਾਂ ਨੂੰ ਵਰਕਰਾ ਖਬਰਦਾਰ ਜੇ ਮੇਰੇ ਵਰਕਰ ਵਾਲੇ ਪਾਸੇ ਗੋਲੀ ਕੀਤੀ ਜਾਨ ਮੇਰੇ ਹੋ ਕੇ ਹਾਲ ਕਰੂਗਾ ਤੁਹਾਡਾ। ਲੁੱਟ ਕੇ ਖਾ ਲਿਆ ਮੇਰਾ ਹਲਕਾ, ਜ਼ਿਰਕਪੁਰ ਨਾਸ ਕਰਕੇ ਰੱਖ ਦਿੱਤਾ ਯਾਰ। ਹਾਲਾਤ ਕੀ ਬਣਾ ਦਿੱਤੇ ਵਰਕਰਾਂ ਦੇ ਡਾਂਗਾ ਪਰਚੇ। ਅੱਜ ਚੱਕ ਕੇ ਵਰਕਰਾਂ ਦੇ ਪਰਚੇ ਰੱਦ ਕਰਦੇ ਆ। ਇਹਨਾਂ ਦਾ ਬਾਪ ਦਾ ਰਾਜ ਨਹੀਂ। ਸਾਡੇ ਡੇਰਾਬੱਸੀ ਹਲਕੇ 'ਚੋਂ ਅਫਸਰ ਲੱਗੇਗਾ ਜਿਹੜਾ ਆਪਣੀ ਸਰਕਾਰੀ ਤਨਖਾਹ ਤੇ ਗੁਜ਼ਾਰਾ ਕਰੇਗਾ। ਉੱਪਰੋਂ ਨੂੰ ਕਰਪਸ਼ਨ ਨਹੀਂ ਮੈਂ ਕਰਨ ਦੇਣਾ ਤੁਹਾਡੇ ਨਾਲ ਵਾਦਾ। तो ये अपने विचार आपके समक्ष रखेंगे बबल प्रीति। बहुत बहुत धन्यवाद। गुरु नानक देव के सभी रेजिडेंट्स को आम आदमी पार्टी की तरफ से बहुत बहुत नमस्कार दिया है सबके यहाँ पर। जैसा कि हम सब जानते हैं कि पंजाब का जो वोटर है वो तैयार है एक बदलाव के लिए। इस बार का जो चुनाव है वो एक बदलाव लेकर आएगा पूरे पंजाब की राजनीति में। आम आदमी पार्टी ने डेराबस्सी हलके से इस बार एक ऐसे कैंडिडेट को टिकट दिया है जो डेराबस्सी हलके को ग्राउंड से जानते हैं। वो कोई बहुत हाई प्रोफाइल, कोई हजारों करोड़ रुपए की प्रॉपर्टी के मालिक तो नहीं है, लेकिन वो हमारी पार्टी आम आदमी पार्टी कुलजीत सिंह रंधावे दी सोच ते कुलजीत सिंह रंधावे दी सोच ते मेरे आदर और सत्कार के काबिल प्रधान जी धर्मेंद्र जी, डॉक्टर राजीव शर्मा जी, प्रदीप कुमार जी, चरण सिंह जी और मेरे छोटे वीर संजीव बंसल, जिसने पहली बार यहाँ वार्ड में बुलाया था मेरे को आज से 1 महीना पहले। बड़ा अच्छा लगता है जब छोटे भाई यूथ, जब पंजाब का युवा जाग गया है, वो दिन दूर नहीं है कि हम आजाद होने वाले हैं। आज सही महीने में जब किसान आंदोलन शुरू हुआ था तो सबसे पहले यूथ ने किसान आंदोलन की अगुवाई शुरू की थी। आज किसान आंदोलन जन आंदोलन बन के रह गया। आपने देखा होगा कि मोदी जी की सरकार ने 3 काले कानून बनाए थे। हर एक किसान ने, हर एक मजदूर ने, हर एक व्यापारी कर्मचारी ने, इंडस्ट्रियलिस्ट ने, हर एक ने किसान आंदोलन का साथ दिया था। सब लोग गुरु नानक के बच्चे थे कि गुरु नानक देव जी, गुरु नानक पिता वो है जिन्हें हिंदू, मुसलमान, सिख, ईसाई सब लोग मानते हैं। सारी वर्ल्ड में गुरु नानक जी का आज वही बात आ गई, 20 रुपए का लंगर चलता है। अभी तक 20 रुपये बाबे नानक के खत्म नहीं हुए। आज पंजाब लोग दरिया दिल इंसान हैं।
आपने अपने वार्ड में हम बुला के जो मेरे को प्यार दिया, सम्मान दिया, मैं रियली जब तक जिंदा रहूंगा इस चीज को याद रखूंगा। आपका नमक खा के जा रहा हूँ, इसका उधार मारूंगा आपको। और दूसरी बात, जैसे भैया ने बोला था कि ये कॉलोनी अथोराइज नहीं है, ये कमेटी वालों ने जुल्म किया, ये लोगों को लूटा है। हर एक इंसान जो घर बनाता है सारी जिंदगी की पूंजी लगा देता है घर पे। आप लोग में से ज्यादातर लोग वो होंगे जो नौकरी पेशे वाले लोग होंगे, जॉब करते होंगे, सारी उम्र के अंदर जो रिटायरमेंट के बाद पैसा मिला वो सब आपने इनके घर पे लगा दिया, लेकिन बुनियादी सहूलतों को तरस रहे हैं। आज सीवरेज है नहीं, अच्छा पानी नहीं है पीने के लिए, सड़कें नहीं है, बस अड्डा नहीं है, हॉस्पिटल नहीं है। आज मेरी बेटियों के लिए कॉलेज तक नहीं लोगों ने बनवाया। बड़ी शर्म की बात है, लूटने लगे हालांकि। पहले देखो आप एनके शर्मा, मैं उसको नलका बोलता हूँ, ये नल नहीं होता, पहले नलका होता था। वैसे तो एनके शर्मा हिंदुस्तान, पंजाब, भारत के आजाद देश के वासी हैं। आज हमारी रजिस्ट्री हो गई, सब कुछ हुआ, एंट्री करने में क्या लगता है, पैसा मांगते हैं, ठगी लगाते हैं लोग। मैं वार्ड वासियों से बेनती करना चाहता हूँ कि आपकी जो प्रॉब्लम है वो देहात से कहीं अलग है। आप पढ़े लिखे लोग हो, नई जनरेशन है यहाँ पे, आज अच्छा घर अच्छे माहौल के अंदर पैदा हुए हैं सब, लेकिन हम आजादी का सांस नहीं ले रहे। हमारे लिए सबसे बड़ी दिक्कत है पानी है नहीं। आज इतना जहरीला पानी बन चुका है हमारे डेरा बस्सी का कि घर घर के अंदर कैंसर है, घर घर के अंदर शुगर है, घर घर के अंदर फेफड़े खराब, लीवर खराब। आज हालात क्या हो गए, हमारे हर घर में 1 या 2 मरीज बैठे हैं, बहुत ज्यादा बुरी हालत है। आज देखोगे आप जीरपुर की सड़कों का हाल देखो, गुरु नानक एनक्लेव का हाल देखो, जगह जगह खड्डे, सीवरेज का बुरा हाल है। पीने वाले पानी में सीवरेज का पानी मिक्स होकर आ रहा है। आज जो आदमी, जो सरकार ये बुनियादी सहूलता नहीं दे सकती, पीने वाला पानी ना दे सके, उसको सरकार में रहने का कोई हक नहीं। आप देखो ईओ जो म्यूनिसिपल कमेटी जीरपुर है, पंजाब में सबसे ज्यादा बजट है इसके पास, सबसे अमीर म्यूनिसिपल कमेटी है, लेकिन पैसा लूटते कौन है? जो आज कांग्रेस के यहाँ लीडर बैठे हैं, कैप्टन साहब के, चन्नी साहब के यहाँ जो प्यादे हैं, जो जिसको पंजाबी भाषा बोलते आगे काम करने वाले, उन्होंने जीरपुर को लूट के बर्बाद कर दिया। आज जो कमेटी के अंदर इलेक्शन हुए थे, जो भी किया इन्होंने, सबसे पहला पुत्र मुंह में फंस के रह गए। माननीय प्रनीत कौर ने एक उस घोड़े को दौड़ के लगा दिया इस बार, जो यहाँ से 20 साल से हारता है। राणा गुरजीत के हालात देख लीजिए, सारी भ्रष्ट सरकार होगी। दूसरी तरफ एनके शर्मा ने क्या किया है, उसका जो नेता है सुखबीर बादल, आज उसको अनाउंस करके गया कि भाई आपको डिप्टी मुख्यमंत्री बनाएंगे। मैं उसको पूछना चाहता हूँ, डिप्टी मुख्यमंत्री वो घर में ही रहेगा, घर से बाहर नहीं बनेगा, क्योंकि हल्के वाले लोगों ने उसको नकार दिया। खाली दीवारों पे बोर्ड है, दिल में बोर्ड नहीं। हम दिल में मोहर लगाते हैं, हम अरविंद केजरीवाल को। मैं आप सबको विश्वास दिलाता हूँ कि मैं किसान का बेटा हूँ, मैंने गरीबी देखी है। कभी वक्त था, मेरा बाकरपुर गांव यहाँ से नजदीक है, हमारे घर में खाने के लिए अनाज नहीं होता था। मेरे पिताजी की 80 किले जमीन थी, घग्गर दरिया के नजदीक थी। जब बरसात का पानी आता था, कभी कनक उजड़ जाती थी, कभी झील उजड़ जाती थी। वो वक्त भी गरीबी का देखे। मेरे माँ बाप ने हमें गरीबी में पढ़ाया। वक्त की आवाज हुई, वक्त आया, वक्त बदला, वही जमीन आज बहुत कुछ देती है। आपकी वजह से कपड़ा भी उसी जमीन का है। ये लोग तो आप कपड़ा जो पहनते, आपकी जेबें काट के मैं चाहता हूं कि मेरा सुंदर शहर जीरपुर आज 12-15 साल के करीब आबादी हो चुकी है जीरपुर की। कोई हॉस्पिटल नहीं है, पीने वाला पानी नहीं है, बस अड्डा नहीं है। आज हमारी बहनें अगर बस अड्डे में वहां जाते हैं, भाई वॉशरूम करने के लिए कोई जगह नहीं बनाई गई। ये बेईमान भ्रष्ट लोग हैं। अगर चाहते हो इनसे छुटकारा पाना, तो आज ये सब पढ़े लिखे लोग हैं। हम तो यहाँ आपके गेट पे आपको मैसेज देने आए हैं, क्योंकि आप लोगों को हम तंग नहीं करना चाहते कि आने वाली 20 तारीख को एक वोट अरविंद केजरीवाल की सोच रखते। एक मौका हम विनती करते हैं, हमें एक मौका देके देखिए। अगर हम आपकी उम्मीदों पे खड़े न उतरे, तो अगली बार हमारे लिए गेट बंद कर देना, दोबारा हम आपके पास नहीं, राजनीति भी नहीं करेंगे। जोर शोर ਨਾਲ ਜਿਤਾਣਾ, ਕਿਉਂਕਿ ਜੇ ਕੇਜਰੀਵਾਲ ਇੱਥੇ ਆ ਗਏ, ਅਸੀਂ 19 ਵਾਰ ਕੁਲਜੀਤ ਰੰਧਾਵਾ ਜੀ ਨੂੰ ਵੋਟ ਪਾਣੀ ਹੈ, ਤੇ ਅਸੀਂ ਮੇਨ ਜਿਹੜਾ ਕੇਜਰੀਵਾਲ ਜੀ ਔਰ ਇਹਨਾਂ ਦਾ ਸਾਥ ਲੈ ਕੇ ਅਸੀਂ ਇਸ ਏਰੀਆ ਦਾ ਸੁਧਾਰ ਕਰਨਾ ਹੈ। ਅੱਜ ਅਸੀਂ ਜਿੱਦਾਂ ਪਿਆਰ ਨਾਲ ਇੱਕ
ਉਮੀਦ ਨਾਲ ਇਹਨਾਂ ਨਾਲ ਜੁੜੇ ਆ। ਕੱਲ ਮੈਂ ਇਹਨਾਂ ਦਾ ਘਰ ਦੇਖ ਕੇ ਆਈ ਹਾਂ, ਉੱਥੇ ਜਾ ਕੇ ਮੈਂ ਜੁਆਇਨ ਅੱਜ ਕੀਤਾ। ਤੇ ਜਿੰਨੇ ਵੀ ਮੇਰੇ ਭਰਾ ਮੇਰੇ ਬੱਚੇ ਜਿੰਨੇ ਵੀ ਇੱਥੇ ਪਹੁੰਚੇ ਆ ਸਭ ਦਾ ਇੱਥੇ ਆਇਆਂ ਨੂੰ ਅਸੀਂ ਬਹੁਤ ਬਹੁਤ ਵੈਲਕਮ ਕਰਦੇ ਆ। ਸਾਡੀ ਆਮ ਆਦਮੀ ਪਾਰਟੀ ਦੀ ਟੀਮ ਇੱਥੇ ਪਹੁੰਚੀ ਹੈ ਤੁਹਾਡੇ ਕੋਲੇ ਤੁਹਾਨੂੰ ਦੱਸਣ ਵਾਸਤੇ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਕੀ ਸਹੂਲਤਾਂ ਦਿੱਤੀਆਂ ਨੇ। ਵੈਸੇ ਹਰ ਇੱਕ ਜਗ੍ਹਾ ਜ਼ਰੂਰ ਆਪਾਂ ਆਮ ਆਦਮੀ ਪਾਰਟੀ ਨੂੰ ਦੇਣਾ ਆ, ਕਿਉਂਕਿ ਦਿੱਲੀ ਦੇ ਵਿੱਚ ਬਿਜਲੀ ਦੀ ਸਹੂਲਤ ਫ੍ਰੀ ਬਿਜਲੀ ਹੈ 24 ਘੰਟੇ ਆ। ਪੰਜਾਬ ਤੋਂ ਬਿਜਲੀ ਖਰੀਦ ਕੇ ਫ੍ਰੀ ਦੇ ਰਹੇ ਨੇ 200 ਯੂਨਿਟ ਫ੍ਰੀ। ਕੇਜਰੀਵਾਲ ਜੀ ਕਹਿੰਦੇ ਤੁਸੀਂ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤੁਹਾਨੂੰ 300 ਯੂਨਿਟ ਫ੍ਰੀ ਮਿਲਣਗੇ। 300 ਯੂਨਿਟ ਸਾਡੇ ਇੱਥੇ 10 ਰੁਪਏ ਯੂਨਿਟ ਹੈ, 3000 ਦੀ ਬੱਚਤ ਹੁੰਦੀ ਹੈ। ਸਿੱਖਿਆ ਦੀਆਂ ਸਹੂਲਤਾਂ ਫ੍ਰੀ ਮਿਲਣਗੀਆਂ, ਸਾਰੀ ਐਜੂਕੇਸ਼ਨ ਫ੍ਰੀ ਹੋਊਗੀ। ਜਿੰਨੇ ਗਵਰਨਮੈਂਟ ਸਕੂਲ ਹੈ ਉਹਨਾਂ ਨੂੰ ਪ੍ਰਾਈਵੇਟਾਂ ਤੋਂ ਅੱਛੇ ਬਣਾਇਆ ਜਾਊਗਾ। ਸਭ ਸਮਾਰਟ ਸਕੂਲ ਬਣਾਏ ਸਾਡੀ ਐਜੂਕੇਸ਼ਨ ਫ੍ਰੀ ਹੋ ਜਾਊਗੀ। ਪ੍ਰਾਈਵੇਟ ਸਕੂਲਾਂ ਦੇ ਇੰਨੇ ਖਰਚੇ ਆ, ਹਰ ਕੋਈ ਖਰਚਾ ਨਹੀਂ ਕਰ ਸਕਦਾ। ਇਸੇ ਤਰ੍ਹਾਂ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਪਾਰਟੀ ਦੇ ਉਮੀਦਵਾਰ ਸਰਦਾਰ ਕੁਲਜੀਤ ਸਿੰਘ ਰੰਧਾਵਾ ਜੀ, ਉਹ ਵੀ ਆਪਣੇ 5 ਮਿੰਟ ਵਾਸਤੇ ਵਿਚਾਰ ਰੱਖਣਗੇ। ਤੇ ਰੰਧਾਵਾ ਸਾਹਿਬ ਮੈਂ ਬੇਨਤੀ ਕਰਦਾ ਕਿ ਸੁਸਾਇਟੀ ਦੀਆਂ ਬੇਸਿਕ ਹੋਈ ਪ੍ਰੋਬਲਮ ਸਿਵਲ ਦੀ ਰੋਡਾਂ ਦੀ ਸਿਕਿਉਰਿਟੀ ਨੂੰ ਲੈ ਕੇ ਇਹ ਤਾਂ ਚਲੋ ਆਪਾਂ ਪਹਿਲ ਦੇ ਆਧਾਰ ਤੇ ਕਰਨੀਆਂ ਨੇ ਕਿ ਇੱਕ ਬੱਸ ਸਟੈਂਡ ਦੀ ਮੰਗ ਕਰਦੇ ਆ ਸਾਰੇ ਸਾਡੇ ਹਿੰਦ ਪ੍ਰਵਾਸੀ ਤੇ ਇੱਕ ਵਧੀਆ ਹਸਪਤਾਲ ਦੀ ਮੰਗ ਕਰਦੇ ਆ। ਉਹਦੇ ਬਾਰੇ ਵੀ ਸਾਡੇ ਆਪਣੇ ਵਿਚਾਰ ਕਿ ਸਾਡਾ ਅੱਗੇ ਕੀ ਆਪਣਾ ਰਹੇਗਾ ਕਿ ਆਪਣੇ ਹਸਪਤਾਲ ਕਿੱਦਾਂ ਦੇ ਹੋਣਗੇ, ਬੱਸ ਸਟੈਂਡ ਦਾ ਕਿੱਦਾਂ ਰਹੇਗਾ ਜੀ। ਮੈਂ ਪੰਜਾਬੀ ਚ ਗੱਲ ਕਰਾਂ ਇੰਗਲਿਸ਼ ਕਰਾਂ? नहीं मैं दो भी काम जानना जी, उर्दू भी जानना, ये सिखाऊंगा इनके शर्म ਨਾਲ उर्दू भी पढ़ लगा। और एक गल सुन लो, मैं बाकी गल्लां ਤਾਂ ਬਈ ਬਾਅਦ ਚ ਕਰਦਾ। ਇਹ ਨਲਕਾ ਹੈ ਇਨਕੇ ਸ਼ਰਮ ਨਲਕਾ, ਉੱਪਰ ਘੱਟ ਜ਼ਮੀਨ ਚ ਜ਼ਿਆਦਾ। ਜਿਵੇਂ ਨਾ ਆ ਬਾਦਲ ਕਿਆ ਨੂੰ ਅਰੇ ਨੇ ਦੂਆ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਨੂੰ ਭਗਵੰਤ ਮਾਨ ਨੇ ਨਲਕੇ ਇਤਰਾ ਕੱਢਦਾ ਜ਼ਮੀਨ ਚ ਐਂ ਕੱਢ ਦਿੱਤਾ ਭਗਵੰਤ ਮਾਨ ਨੇ। ਜਿਵੇਂ ਕਿਸਾਨਾਂ ਨੇ ਮੋਦੀ ਨੂੰ ਨਲਕੇ ਇਤਰਾ ਕੱਢਿਆ, ਇਹ ਗੰਦੇ ਨਲਕੇ ਆ, ਪੋਲਿਊਟਡ ਪਾਣੀ ਪਿਆਉਂਦੇ ਆ ਤੁਹਾਨੂੰ। ਇਹ ਲੁੱਟ ਕੇ ਖਾ ਗਏ ਮੇਰੇ ਪੰਜਾਬ ਨੂੰ। ਮੈਂ ਕਮਲੇਸ਼ ਮੈਡਮ ਦਾ ਧੰਨਵਾਦ ਕਰਦਾ, ਤੁਹਾਡੇ ਆਉਣ ਨਾਲ ਬੜੀ ਸ਼ਕਤੀ ਮਿਲੀ ਆ। ਆਹ ਸ਼ਕਤੀ ਸੌਰੀ ਕੈਲਾਸ਼ ਸ਼ਰਮਾ, ਤੁਸੀਂ ਇਹਨਾਂ ਸਰਕਾਰਾਂ ਦੇ ਨੁਮਾਇੰਦੇ ਨਾਲ ਕੰਮ ਕੀਤਾ, ਤੁਸੀਂ ਇਸ ਭਾਈ ਨਾਲ ਕੰਮ ਕਰਕੇ ਦੇਖੋ, ਤੁਹਾਨੂੰ ਕੰਮ ਕਰਨ 'ਚ ਵੀ ਮਜ਼ਾ ਆਊਗਾ, ਨਜ਼ਾਰਾ ਆਊਗਾ। ਤੁਸੀਂ ਗੱਲ ਸੁਣੋ ਭੈਣ ਜੀ, ਅੱਜ ਪੰਜਾਬ ਨੂੰ ਬਦਲਾਅ ਦੀ ਲੋੜ ਹੈ। ਮੈਂ ਦੇਖ ਰਿਹਾ ਸੀਨੀਅਰ ਪੁਰਾਣੀ ਟੀਮ ਦੇ ਭੈਣ ਜੀ ਵੀ ਬੈਠੇ ਆ। 2 ਸਾਲ ਪਹਿਲਾਂ 2.5 ਸਾਲ ਪਹਿਲਾਂ ਜਦੋਂ ਮੈਂ ਪਾਰਟੀ ਜੁਆਇਨ ਕੀਤੀ ਭੈਣ ਜੀ ਉਹਨਾਂ ਨੂੰ ਮਿਲਿਆ, ਇੱਕ ਦਿਨ ਵੀ ਇਹਨਾਂ ਨੇ ਅੱਜ ਤੱਕ ਛੁੱਟੀ ਨਹੀਂ ਕੀਤੀ। ਹਰ ਰੋਜ਼ ਅੱਲਾਹੂ ਦਾ ਆਵਾਜ਼ ਨਹੀਂ ਇਹਨਾਂ ਤੋਂ ਵੀ ਕੰਮ ਕਰਾਵਾਂਗੇ। ਸਭ ਤੋਂ ਵੱਡਾ ਇੱਥੇ ਦਾ ਹੈਗਾ ਕਿ ਬਾਕੀ ਸਰਕਾਰ ਬਣਨ ਤੋਂ ਬਾਅਦ ਔਰ ਕਿਤੇ ਤੁਸੀਂ ਇਹਨਾਂ ਦਾ ਸਾਥ ਦਿਓ ਤੇ ਬਾਅਦ ਚਲੋ ਤਾਂ ਹੱਥ ਨਾਲ ਟੌਪੇ ਲਵਾਂਗੇ। ਥੈਂਕ ਯੂ ਵੈਰੀ ਮਚ। ਆਮ ਆਦਮੀ ਪਾਰਟੀ ਜਿੰਦਾਬਾਦ, ਅਰਵਿੰਦ ਕੇਜਰੀਵਾਲ ਜਿੰਦਾਬਾਦ, ਕੁਲਜੀਤ ਸਿੰਘ ਰੰਧਾਵਾ ਜਿੰਦਾਬਾਦ। ਵੀਰੇ ਹੁਣ ਮੈਂ ਬੇਨਤੀ ਕਰਾਂਗਾ ਸਾਡੀ ਪਾਰਟੀ ਦੇ ਲੋੜ ਸੀ, ਪੀਣ ਵਾਲਾ ਪਾਣੀ ਦੀ ਲੋੜ ਸੀਗੀ, ਅੱਜ ਪੀਣ ਵਾਲਾ ਪਾਣੀ ਹੈ ਨਹੀਂ, ਸੜਕਾਂ ਹੈ ਨਹੀਂ, ਸੀਵਰੇਜ ਹੈ ਨਹੀਂ, ਬਿਜਲੀ ਦੇ ਹਾਲਾਤ ਦੇਖ ਲਓ ਤੁਸੀਂ ਕੀ ਹੋਏ ਪਏ ਆ। ਅੱਜ ਬਿਜਲੀ ਦਾ 9.5 ਰੁਪਏ ਯੂਨਿਟ ਬਿਜਲੀ ਦਾ ਬਿੱਲ ਪੈ ਰਿਹਾ ਸਾਡੇ। ਦਿੱਲੀ ਜਾ ਕੇ ਦੇਖਿਓ ਨਾ, ਲੋਕੀ ਸਵਰਗ ਮਹਿਸੂਸ ਕਰਦੇ ਆ। 0 ਬਿਜਲੀ ਦਾ ਬਿੱਲ। ਅਰਵਿੰਦ ਕੇਜਰੀਵਾਲ ਮੋਹਾਲੀ ਆਏ, ਮੀਟਿੰਗ ਕੀਤੀ, ਭੈਣ ਜੀ 2 ਲੱਖ ਬਿੱਲ ਲੈ ਕੇ ਆ ਕੇਜਰੀਵਾਲ ਦੇ ਬਿੱਲ। ਅਸੀਂ ਪਿੰਡਾਂ ਸ਼ਹਿਰਾਂ 'ਚ ਵੰਡੇ ਆ, 2 ਲੱਖ ਬਿੱਲ, 2 ਲੱਖ ਘਰ ਦਾ 0 ਬਿਜਲੀ ਦਾ ਬਿੱਲ ਆਇਆ, 0 ਪਾਣੀ ਦਾ ਬਿੱਲ 0। ਟਰਾਂਸਪੋਰਟਰ ਬਚੇ ਪਏ ਆ। ਦਿੱਲੀ ਹਸਪਤਾਲ ਜਾ ਕੇ ਦੇਖਿਓ, ਐਂ ਲੱਗਦਾ ਜਿਵੇਂ 5 ਸਟਾਰ ਹੋਟਲ ਹੁੰਦੇ ਆ। ਤੁਸੀਂ ਸਕੂਲ ਦਾ ਪ੍ਰਾਇਮਰੀ ਹਾਈ ਸਕੂਲਾਂ ਦੀ ਇਹ ਜਿਹੀ ਮੁਹਾਰਤ ਦਿੱਤੀ ਕਿ ਬਾਹਰੋਂ ਫੋਰਨ ਦੇ ਜਿਹੜੇ ਵੱਡੇ ਆਗੂ ਹੈ ਆ ਕੇ ਕੇਜਰੀਵਾਲ ਦੇ ਸਕੂਲਾਂ ਦੀ ਤਾਰੀਫ ਕਰਦੇ ਆ। ਕੇਜਰੀਵਾਲ ਜੋ ਕਹਿੰਦੇ ਆ ਉਹ ਕਰਦੇ ਆ। ਤੁਸੀਂ ਦੇਖੋ ਅੱਜ ਇਹਨਾਂ ਸਾਡੇ ਵਿਰੋਧੀਆਂ ਨੇ ਕਿੰਨਾ ਰੌਲਾ ਪਾਇਆ ਸੀਗਾ ਕਿ ਅਰਵਿੰਦ ਕੇਜਰੀਵਾਲ ਆਪ ਮੁੱਖ ਮੰਤਰੀ ਬਣਨਾ ਚਾਹੁੰਦਾ। ਨਹੀਂ, ਇਹ ਝੂਠੇ ਲੋਕ ਹੈ, ਇਹ ਬੇਈਮਾਨ ਲੋਕ ਹੈ। ਉਹ ਭਾਰਤ ਦੇ ਵਿੱਚ ਇੱਕ ਦਿਨ ਆਜ਼ਾਦੀ ਚਾਹੁੰਦਾ, ਉਹ ਭਾਰਤ ਰਤਨ ਹੈ। ਅੱਜ ਕੱਲੇ ਸੂਬੇ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਲੋਕ ਕਹਿੰਦੇ ਆ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਤਾਂ ਕੇਜਰੀਵਾਲ ਵਰਗਾ ਹੋਣਾ ਚਾਹੀਦਾ। ਤੁਸੀਂ ਦੇਖ ਲਓ
ਹਲਕੇ ਵਾਲਿਓ ਗੱਲ ਸੁਣ, ਆ ਨਿਗਾਹ ਮਾਰ ਲਓ ਨਾ, ਹਰਿਆਣਾ ਛੋਟਾ ਵੀਰ ਸਾਡਾ ਪੰਜਾਬ ਦਾ, ਪੰਚਕੂਲਾ, ਕਰਨਾਲ, ਹਿਸਾਰ, ਪਾਣੀਪਤ, ਕਿੱਥੋਂ ਵਰਕਰ ਨੱਠ ਚੱਕੇ ਤੁਰੇ ਫਿਰਦੇ ਉਹ ਐ ਰਖਵਾਲੀ ਕਰ ਰਹੇ ਪੰਜਾਬ ਦੀ, ਜਿਵੇਂ ਪਾਕਿਸਤਾਨ ਬਾਰਡਰ ਤੋਂ ਜਾਂ ਚਾਈਨਾ ਬਾਰਡਰ ਤੋਂ ਇੰਡੀਆ ਨੂੰ ਖਤਰਾ। ਇਹਨਾਂ ਨੇ ਭਾਈ ਲੜਾ ਕੇ ਮਾਰ ਦਿੱਤੇ, ਇਹਨਾਂ ਨੇ ਝਗੜੇ ਕਰਾ ਦਿੱਤੇ, ਪੁਲਿਸ ਤੋਂ ਕੁੱਟ ਕਰਾ ਦਿੱਤੀ। ਆ ਦੇਖੋ ਉਰੇ ਈਓ ਦੀ ਕਮੇਟੀ ਦਫ਼ਤਰ ਦੇ ਵਿੱਚ ਇਹ ਢਿੱਲੋਂ ਜਿਹੜਾ ਆਪਣਾ ਆਮ ਆਦਮੀ ਪਾਰਟੀ ਦਾ ਨਹੀਂ ਕਾਂਗਰਸ ਦਾ ਹੈ ਅੱਜ ਲੀਡਰ, ਇੱਥੇ ਉਹਨੇ ਆਪਣੇ ਪੁੱਤਰ ਨੂੰ ਫਸ ਕੇ ਪੁੱਤਰ ਨੂੰ ਪ੍ਰਧਾਨ ਬਣਾ ਕੇ ਪੈਸੇ ਠੱਗੀ ਮਾਰਨ ਦੀ ਦੁਕਾਨ ਖੋਲ ਲਈ। ਇਹ ਉਹ ਦੁਕਾਨ ਹੈ ਜਿਹਦਾ ਫਿੱਕਾ ਪਕਵਾਨ ਆ। ਆ ਦੇਖਿਓ ਅਰਵਿੰਦ ਕੇਜਰੀਵਾਲ ਦੀ ਦੁਕਾਨ ਖੋਲਣੀ ਹੈ, ਭਗਵੰਤ ਮਾਨ ਨੇ ਦੁਕਾਨ ਖੋਲਣੀ ਹੈ, ਉਹ ਜੇ ਲੋਕਾਂ ਦੇ ਵਿਕਾਸ ਦੀ ਗੱਲ ਹੋਊਗੀ ਇਹਨਾਂ ਨੇ ਦੁਕਾਨ ਤੇ ਸਰਵਨਾਸ਼ ਕਰ ਦਿੱਤਾ ਮੇਰੇ ਸੋਹਣੇ ਪੰਜਾਬ ਨੂੰ, ਮੇਰੇ ਰੰਗਲੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਅੱਜ ਰੋਂਦੇ ਆ ਦੁਨੀਆ, ਅੱਜ ਘਰ ਵਹਿਣ ਪੈਂਦੇ ਆ। ਤੁਸੀਂ ਹਾਲਾਤ ਦੇਖੋ ਇਹਨਾਂ ਨੇ ਕੀ ਕਰ ਦਿੱਤਾ। ਆ ਮੈਂ ਜਿਹਨੂੰ ਨਲਕਾ ਕਿਹਾ ਨਾ, ਨਲਕਾ ਲੁੱਟ ਕੇ ਖਾ ਗਿਆ ਮੇਰੇ ਦੇਖੋ। 15 ਸਾਲ ਮਿਊਨਿਸਪਲ ਕਮੇਟੀਦਾਰ ਚਾਹੁੰਦੇ ਹੋ, ਨੌਕਰੀਆਂ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਦਾ ਸਾਥ ਦਿਓ। ਆ ਡੇਰਾ ਬਸੀ ਸ਼ਹਿਰ, ਜ਼ੀਰਕਪੁਰ ਸ਼ਹਿਰ, ਡੇਰਾ ਬਸੀ ਹਲਕਾ ਇੰਡਸਟਰੀ ਦਾ ਹੱਬ ਹੈ। ਇੰਡਸਟਰੀ ਜਿੱਥੇ ਇੰਡਸਟਰੀ ਡਿਵੈਲਪ ਹੁੰਦੀ ਹੈ, ਹਲਕੇ ਦੀ ਡਿਵੈਲਪਮੈਂਟ ਹੁੰਦੀ ਹੈ। ਅੱਜ ਇੰਡਸਟਰੀ ਦੇ ਵਿੱਚ ਮੇਰੇ ਕਿਸੇ ਨੌਜਵਾਨ ਬੱਚੇ ਨੂੰ ਇਹਨਾਂ ਨੇ ਮਾਂ ਦੇ ਪੁੱਤਾਂ ਨੇ 15-20 ਸਾਲ ਚ ਨੌਕਰੀ ਦਿੱਤੀ। ਅੱਜ ਮੇਰੀਆਂ ਬੇਟੀਆਂ BA MA ਕਰਕੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇੰਜੀਨੀਅਰ, ਡਾਕਟਰ ਬਣ ਕੇ ਕਿਸੇ ਹਸਪਤਾਲ ਸਾਨੂੰ ਨੌਕਰੀ ਦਿੱਤੀ। ਨੌਕਰੀਆਂ ਵੇਚ ਦਿੱਤੀਆਂ, ਠੇਕਾ ਕਰ ਲਿਆ, ਫੈਕਟਰੀਆਂ ਤੋਂ ਮਹੀਨੇ ਲੈ ਲਏ। ਆ ਕਰੋਨਾ ਦੇ ਵਿੱਚ ਦੇਖੋ ਨੇ ਕੀ ਕੀਤਾ, ਬਾਂਦਰ ਜੀ ਨੇ ਆ ਬਣਾਇਆ ਹਲਕਾ ਇੰਚਾਰਜ, ਖਾ ਗਿਆ ਲੁੱਟ ਕੇ। ਆ ਨਲਕੇ ਦਾ ਦੂਆ ਬਾਪ ਬਣਿਆ ਬੈਠਾ, ਨਲਕਾ ਪੱਟ ਦੇ ਜਲੀਲਾ, ਚੰਗੇ ਰਹੋਗੇ। ਮੈਂ ਜਾਤ ਪਾਤ ਨਾ ਫਸ ਜਾਓ ਕਿਤੇ ਹਲਕੇ ਵਾਲਿਓ। ਆ ਨਲਕਾ ਇੰਨਾ ਗੰਦਾ ਹੈ ਨਾ, ਇਹਦਾ ਪਾਣੀ ਪੀ ਕੇ ਕੈਂਸਰ ਹੋ ਗਿਆ। ਸੀਵਰੇਜ ਦਾ ਪਾਣੀ ਔਰ ਪੀਣ ਵਾਲਾ ਪਾਣੀ ਉਹ ਕਮੇਟੀ ਦਾ ਪ੍ਰਧਾਨ ਹੁੰਦਾ, ਉਹ ਸਾਰੀ ਕਮੇਟੀ ਦਾ ਮਾਂ-ਬਾਪ ਹੁੰਦਾ, ਉਹਦੀ ਡਿਊਟੀ ਬਣਦੀ ਹੈ। ਜਦ ਬੰਦਾ MLA ਬਣਦਾ, ਸੰਵਿਧਾਨ ਦੀ ਸਹੁੰ ਚੱਕਦਾ, ਉਹ ਕਹਿੰਦਾ ਮੈਂ ਸਹੁੰ ਚੱਕ ਕੇ ਕਹਿੰਦਾ ਕਿ ਸਾਰਾ ਪਰਿਵਾਰ ਮੇਰਾ। ਹਲਕੇ ਵਾਲਿਓ ਲੁੱਟਿਆ ਜ਼ੀਰਕਪੁਰ ਚੰਡੀਗੜ੍ਹ ਦੀਆਂ ਜੜ੍ਹਾਂ 'ਚ ਵਸਿਆ ਸ਼ਹਿਰ, ਤਨ ਗਿਰਵੀ ਕਰਕੇ ਪੰਜਾਬ ਨੂੰ ਬਚਾਉਣ ਲਈ ਤੁਰਿਆ। ਅੱਜ ਉਹ ਕਰਮਾਂ ਵਾਲੀ ਮਾਂ ਸਾਡੀ ਤਾਨੋ ਮਾਂ ਹੈ, ਜਿਹਨੇ ਭਗਵਾਨ ਨੂੰ ਸਾਡੇ ਭਗਵੰਤ ਮਾਨ ਨੂੰ ਪੈਦਾ ਕੀਤਾ, ਜਨਮ ਦਿੱਤਾ। ਸੁਖਬੀਰ ਬਾਦਲ ਤੇ ਆ ਕੈਪਟਨ ਸਾਹਿਬ ਦੇ ਹਾਲਾਤ ਦੇ ਲੋ, ਇਹਨਾਂ ਨੂੰ ਕਿਹੜੀਆਂ ਮਾਵਾਂ ਨੇ ਜਨਮ ਦਿੱਤਾ। ਪੰਜਾਬ ਲੁੱਟ ਕੇ ਮੇਰੇ ਰੰਗਲੇ ਪੰਜਾਬ ਦੀ ਬਰਬਾਦੀ ਕਰ ਦਿੱਤੀ। ਭੈਣ ਜੇ ਤੁਸੀਂ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਅੱਛੀਆਂ ਨੌਕਰੀਆਂ ਚਾਹੁੰਦੇ ਹੋ, ਰੋਜ਼ਗਾਰ ਚਾਹੁੰਦੇ ਹੋ, ਬਿਜਲੀ ਫ੍ਰੀ ਚਾਹੁੰਦੇ ਹੋ, ਪਾਣੀ ਫ੍ਰੀ ਚਾਹੁੰਦੇ ਹੋ, ਅੱਛਾ ਹਸਪਤਾਲ ਜ਼ੀਰਕਪੁਰ ਚਾਹੁੰਦੇ ਹੋ, ਅੱਛਾ ਬੱਸ ਅੱਡਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਮੌਕਾ, ਸਿਰਫ ਇੱਕ ਮੌਕਾ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਟਾਈਮ ਦੇ ਕੇ ਦੇਖੋ। ਅਰਵਿੰਦ ਕੇਜਰੀਵਾਲ ਲਾ ਭਾਈ ਰਹਿਣੇ ਵਾਲਿਓ, ਆਮ ਜਰਾ ਦੇਣਾ ਨਹੀਂ ਦੇ ਸਕਦੇ। ਲੱਠ ਕੱਢ ਦਿਆ ਭਾਈ, ਧਰਮ ਤੋਂ ਲੱਠ ਕੱਢ ਦਿਆ ਭਾਈ, ਨਜ਼ਾਰਾ ਆ ਗਿਆ। ਅੱਲਾ ਨੇ ਉਹ ਅੱਲਾ ਵਾਲੀ ਗੱਲ ਹੋ ਗਈ, ਅੱਲਾ ਉਹ ਕੁੱਕਾ ਆ ਰਹੀ ਹੈ ਜਦੋਂ ਫਕੀਰ ਦੀ ਝੋਂਪੜੀ ਤੋਂ। ਤੁਸੀਂ ਸੱਚੀ ਗੱਲ ਪੰਜਾਬ ਨੂੰ ਬਹੁਤ ਸਾਥ ਦਿੱਤਾ ਯਾਰ, ਬੜੇ ਵਿੱਚ ਤਾਂ ਟਾਈਮ ਆ ਲੈਂਦੇ। ਅਗਰ ਇਲੈਕਸ਼ਨ ਤੇਰੇ ਮਹੀਨਾ ਡੇਢ ਮੈਂ ਤੇਰੇ ਲਾ ਕੇ ਆਵਾਂਗਾ, ਤੈਨੂੰ MLA ਬਣਾ ਕੇ ਜੋ ਮਰਜ਼ੀ ਕਰਨਾ ਪਏ। ਬੜਾ ਸਵਾਗਤ ਆ ਰਹੇ ਨੇ, ਬੜਾ ਸਵਾਗਤ ਆ ਰਹੇ ਨੇ। ਔਰ ਮੈਨੂੰ ਉਮੀਦ ਹੈ ਕਿ ਦੇਖੋ ਅੱਜ ਜਾਂਦੇ ਚੋਰ ਦੀ ਰੋਟੀ ਸੀ ਤਾਂ ਇਹ ਭਾਲਦੇ ਆ ਨਗਲਾ ਕੀ ਪੀਰ ਮਸਲਾ ਕੀ ਸ਼ਾਮ ਲੱਟਾ ਤੇ ਕਬਜ਼ੇ। ਉਹ ਤੇਰੇ ਬਾਪ ਦੀ ਜ਼ਮੀਨ ਹੈ, ਆ ਹੁਣ ਬੜੀ ਨਾ ਲਾਸਟ ਤੋਂ ਬਾਅਦ ਉਹ ਕਬਜ਼ਾ ਕਰਨ ਤੇ ਤਰੱਕੀ ਕਰਦੇ ਹਲਕੇ ਵਾਲੇ ਹਾਲ ਬਹੁਤ ਰੁਕ ਲਿਆ। ਬਸ ਇੱਕ ਮੌਕਾ ਦੇ ਕੇ ਦੇਖਿਓ, ਤੁਹਾਡਾ ਭਾਈ ਹੈ, ਮੇਰੀ ਗੱਲ ਦਾ ਗੁੱਸਾ ਵੀ ਨਾ ਕਰ ਜੋ। ਜਿਹੜਾ ਕੌੜਾ ਬੰਦਾ ਥੋੜਾ ਜਿਹਾ ਬੋਲ ਦਿੰਦਾ ਨਾ, ਉਹ ਗੁੱਸਾ ਕਰਨ ਦਾ ਪਾਪ ਨਹੀਂ ਕਰਦਾ। ਤੁਹਾਡੇ ਨਾਲ ਵਾਅਦਾ ਕਰਦਾ ਵੀ ਨਲਕੇ ਤੋਂ ਬਚਿਓ, ਨਲਕਾ ਬਹੁਤ ਖਤਰਨਾਕ ਹੈ, ਬੜਾ ਖਤਰਨਾਕ ਹੈ ਨਲਕਾ। ਜਿਹੜਾ ਮਹਾਰਾਣੀ ਪ੍ਰਨੀਤ ਕੌਰ ਦਾ ਕੈਪਟਨ ਸਾਹਿਬ ਦਾ ਚਹੇਤਾ, ਅੱਜ ATM ਹੈ, ਪੈਸੇ ਖੇਡਣ ਦੀ ਦੁਕਾਨ ਹੈ, ਰੇਤਾ ਵੇਚ ਲੋ, ਘੱਗਰ ਫੱਟ ਲੋ, ਕਲੋਨੀਆਂ ਨਜਾਇਜ਼। ਅੱਜ ਪਿੱਛੇ ਗਏ ਸੀ ਗੁਰੂ ਨਾਨਕ ਐਨਕਲੇਵ 'ਚ, ਉਹ ਰੋਂਦੇ ਸੀ ਲੋਕ, ਅਰਬਾਂ ਖਰਬਾਂ ਰੁਪਇਆ ਲਾ ਕੇ ਲੋਕਾਂ ਨੇ ਘਰ ਪਾ ਲਏ। ਪ੍ਰਧਾਨ ਸਾਹਿਬ, ਕਾਕਾ ਜੀ ਤੁਸੀਂ ਮੇਰੇ ਬੰਦੇ ਕੋਲੇ ਖੜੇ ਹੋ, ਪਰ ਤੁਸੀਂ ਸ਼ਰਮਾ ਜੀ ਗੱਲ ਨਹੀਂ ਕਰਿਓ, ਤੇ ਲੋਕ ਪਿੱਛੇ ਇਹਨਾਂ ਨੇ। ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਤੁਸੀਂ ਸਾਰੀ ਟੀਮ ਇੱਕ ਪਲੇਟਫਾਰਮ ਤੇ ਹੋ। ਅੱਜ ਤੋਂ ਬਾਅਦ ਸਾਰੇ ਕੋਈ ਜਿੱਤਣ ਆਵੇ, ਸਾਰੇ ਭਗਵੰਤ ਮਾਨ ਨੂੰ ਤਕੜੇ ਹੋ ਕੇ ਲੜਾਈ ਲੜ ਲਓ। ਅੱਜ ਮੋਰਚਾ ਸੰਭਾਲ ਲਓ। ਇਹ ਸ਼ਰਮੇ ਨੇ ਪੈਸੇ ਵੰਡਣ ਵੀ ਆਉਣਾ, ਤੁਹਾਡੇ ਪੈਸੇ, ਤੁਹਾਡੇ ਪੈਸੇ ਜਿੰਦਾਬਾਦ ਬਾਦ ਭੈਣੇ, ਤੁਹਾਡਾ ਪੈਸਾ। ਕੰਬਲ ਮਠਿਆਈ ਵੀ ਆਉਣੀ ਹੈ, ਇਹਨਾਂ ਦਾ ਨਾ ਛੱਡਿਓ ਕੰਬਲ, ਨਾ ਛੱਡਿਓ ਪੈਸੇ।
ਜੋ ਦਿੰਦੇ ਆ ਲੈ ਜਾਓ, ਇਹ ਨਾ ਸੋਚਿਓ ਕਿ ਉਹ ਗਰੀਬ ਨੂੰ ਹੀ ਦੇਣਾ। ਆਪਾਂ ਸਾਰੇ ਗਰੀਬ ਆਮ ਆਦਮੀ ਪਾਰਟੀ ਦੇ ਵਰਕਰ, ਕੰਬਲ ਵੀ ਦਿਓ, ਸਿਆਲਾ ਵਧੀਆ ਨਿਕਲੂਗਾ। ਉਹ ਕੰਬਲ ਔਰ ਮਠਿਆਈ ਯਾਰ ਦਾਰ ਵੀ ਦਿੱਤਾ, ਝੂਠ ਵਾਲੇ ਵਿਚਾਰਾ ਬੋਲਦੇ ਡਰਦਾ। ਆ ਮੇਰੀਆਂ ਫੋਟੋਆਂ ਲਾ ਲੀਆਂ, ਉਹ ਕਾਕਾ ਨਾ ਲਾਓ, ਸਵੇਰੇ ਚੱਕਣ ਆ ਜਾਣਗੇ। ਪਰ ਗੱਲ ਸੁਣ ਲੈ, ਇਹਦੇ ਬਾਪ ਦਾ ਰਾਜ ਵੀ ਨਹੀਂ, ਉਹਨੇ ਪੱਕੇ ਹੀ ਲੱਗਿਆ ਰਹੂਗਾ, ਉੱਠੂਗਾ ਜੋ ਮਰਜ਼ੀ ਕਰ। ਬਾਕੀ ਉਹ ਹਲਕੇ ਵਾਲਿਓ, ਇੱਕ ਗੱਲ ਕਹਿਣੀ ਭੁੱਲ ਗਿਆ, ਮੇਰਾ ਮੁੱਖ ਮੰਤਰੀ ਆਇਆ ਸੀ 4-5 ਦਿਨ ਪਹਿਲਾਂ। ਉਹ ਇੱਕ ਗੀਤ ਨਹੀਂ ਪੰਜਾਬੀ ਦਾ, ਉਹ ਕਮਲੀ ਯਾਰ ਦੀ ਕਮਲੀ ਪੰਜਾਬ ਕਮਲਾ ਹੋ ਗਿਆ। ਇੰਨਾ ਘੇਰ ਲਿਆ ਭਗਵੰਤ ਨੂੰ ਲੋਕਾਂ ਨੇ, ਪਤਾ ਨਹੀਂ ਸੱਚਮੁੱਚ ਯਾਰ ਉਹ ਬੰਦੇ ਚ ਕੀ ਆ, ਕਿਆ ਉਹਦੇ ਅੰਦਰ ਕਿਆ ਤੜਫ ਹੈ, ਦਰਦ ਹੈ, ਪੰਜਾਬ ਦਾ ਦਰਦ ਲੈ ਕੇ ਕਰ ਉੱਠਿਆ। ਆ ਦੇਖੋ, ਆ ਨਲਕਾ ਖੜਾ ਹੱਥ ਜੁੜਿਓ, ਦੇਖੋ ਪਿੱਛੇ ਕਹਿੰਦਾ ਤੱਕੜੀ ਰੱਖੀ ਬੈਠਾ, ਤੱਕੜੀ। ਉਹ ਕਿਹੜੀ ਤੱਕੜੀ? ਬਾਬੇ ਨਾਨਕ ਵਾਲੀ ਤੱਕੜੀ, ਤੇ ਬਾਪ ਦੀ ਤੱਕੜੀ ਭਰ ਗਈ। ਆ ਦੰਦ ਕੱਢ ਕੇ ਨਾ ਕਾਕਾ ਦਿਖਾ, ਆ ਰਹਿ ਗਈ 10 ਤਰੀਕ ਤੋਂ ਬਾਅਦ ਗਿਣ ਗਿਣ ਕੇ ਸਾਹ ਲਓਗੇ ਤੇਰੇ ਤੋਂ। ਉਹ ਲੋਕ ਕਹਿੰਦੇ ਸ਼ਰਮਾ ਜੀ ਢਿੱਲੋਂ ਦਾ ਮੂੰਹ ਸੁੱਕਿਆ ਪਿਆ। ਮੈਂ ਕਿਹਾ ਦੇਖ, ਆਪਣੇ ਤਾਂ ਪਹਿਲਾਂ ਵੀ ਹਰਾ ਸੀ, ਅੱਜ ਵੀ ਹਰਾ। ਲੋਕਾਂ ਦਾ ਫੈਸਲਾ ਜੋ ਕਰਨਗੇ ਤਾਂ ਵੀ ਹਰਾ ਰਹੂਗਾ। ਮੇਰਾ ਰਾਜਨੀਤਿਕ ਪਿਛੋਕੜ ਨਹੀਂ, ਮੈਂ ਕਿਸਾਨ ਹੁੰਦਾ। ਕਿਸਾਨ ਪੰਜਾਬ ਨੂੰ ਨਹੀਂ, ਭਾਰਤ ਨੂੰ ਰਾਜ ਪਾਉਂਦਾ। ਮਾਣੀ ਪ੍ਰਨੀਤ ਕੌਰ ਇੱਕ ਦਿਨ ਕਹਿਣ ਲੱਗੀ ਕਿ ਰੰਧਾਵਾ ਮੈਨੂੰ ਕਣਕ ਹਜਮ ਨਹੀਂ ਹੁੰਦੀ। ਮੈਂ ਕਿਹਾ ਤੂੰ ਕਿਸਾਨਾਂ ਦੀ ਕਣਕ ਨਹੀਂ ਖਾਧੀ, ਤੂੰ ਕੈਨੇਡਾ ਅਮਰੀਕਾ ਦੀ ਕਣਕ ਖਾਧੀ ਹੈ, ਆਸਟ੍ਰੇਲੀਅਨ ਕਣਕ ਖਾਧੀ ਹੈ। ਬੱਕਰੀ ਦੀ ਤਰ੍ਹਾਂ ਚਾਰਾ ਨਾ ਚੁਗੋ, ਨਾ ਮਾਰੋ ਪੰਜਾਬਾਂ ਨੂੰ। ਲੁੱਟ ਕੇ ਪੰਜਾਬ ਦਾ ਫੈਲ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਅੱਜ ਰੁਕੀ ਪਈ ਹੈ, ਉਹ ਕੈਨੇਡਾ ਅਮਰੀਕਾ ਨਹੀਂ ਗਏ। ਅਸੀਂ ਇਹੋ ਜਿਹਾ ਸਿਸਟਮ ਬਣਾਵਾਂਗੇ ਕਿ ਉਹ 5 ਲੱਖ ਬੱਚਾ ਇੰਡੀਆ ਤੋਂ, ਭਾਰਤ ਤੋਂ ਬਾਹਰ ਨਹੀਂ ਜਾਏਗਾ, ਇੱਥੇ ਰੁਜ਼ਗਾਰ ਕਰੇਗਾ, ਇੱਥੇ ਫੈਕਟਰੀ ਬਣਾਉਗੀ। ਸਾਡਾ ਵਾਅਦਾ ਤੁਹਾਡੇ ਨਾਲ, ਅਸੀਂ ਝੂਠ ਬੋਲ ਕੇ ਸਰਕਾਰ ਨਹੀਂ ਬਣਾਉਣੀ। ਅੱਜ ਜਿੱਥੇ ਪੰਜਾਬੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਨੂੰ ਤਿਆਰ ਹੈ, ਉੱਥੇ ਯੂਥ, ਅੱਜ ਨੌਜਵਾਨ ਸਿਰਫ ਸਰਕਾਰ ਤੇ ਮੋਹਰ ਨੌਜਵਾਨ ਲਾ ਰਹੇ। ਜਿਹੜਾ ਯੂਥ ਹੈ, ਜਿਹੜਾ 18 ਸਾਲ ਤੋਂ ਲੈ ਕੇ 35 ਸਾਲ ਤੱਕ ਯੂਥ ਹੈ ਨਾ, ਅੱਜ ਉਹਨਾਂ ਦੀ ਕਿਰਪਾ ਨਾਲ ਸਰਕਾਰ ਬਣਨ ਲੱਗੀ, ਉਹਨਾਂ ਦੀ ਮਿਹਨਤ ਕਰਕੇ। ਚਾਹੇ ਅਕਾਲੀ ਪਰਿਵਾਰ ਚੋਂ, ਚਾਹੇ ਕਾਂਗਰਸ ਚੋਂ। ਅੱਜ ਸਵੇਰੇ ਇੱਕ ਅਕਾਲੀ ਦਲ ਦਾ ਜਥੇਦਾਰ ਆਇਆ, ਉਹ ਕਹਿੰਦਾ ਰੰਧਾਵਾ ਸਾਹਿਬ ਮੇਰਾ ਪੁੱਤ ਨਹੀਂ ਮੰਨਦਾ, ਇਹਨੂੰ ਸਮਝਾ ਦਿਓ। ਮੈਂ ਕੀ? ਕਹਿੰਦਾ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨੀ। ਮੈਂ ਕਿਹਾ ਮਰ ਜਾ, ਤੈਨੂੰ ਕੀੜੇ ਪਏ, ਤੂੰ ਵੀ ਆ ਜਾ। ਉਹ ਸਾਰੇ ਜੁਆਇਨ ਕਰ ਗਏ, 70 ਬੰਦੇ ਸਵੇਰੇ ਮੇਰੇ ਫਾਰਮ ਜਾ ਕੇ ਜੁਆਇਨ ਕਰ। ਇਹਦਾ ਕਮਲੀ ਯਾਰ ਦੀ ਕਮਲੀ ਵਾਲਾ ਕੰਮ ਹੋ ਗਿਆ, ਨੇਰੀ ਚੱਲ ਪਈ। ਹੁਣ ਤਾਂ ਤੁਸੀਂ ਭਗਵੰਤ ਮਾਨ ਕੇਜਰੀਵਾਲ ਬਣ ਕੇ ਪਿਛਲੇ 2 ਦਿਨ ਸੰਭਾਲ ਲਿਓ। ਰਾਸ਼ਨ ਤੁਹਾਡਾ, ਕੰਬਲ ਤੁਹਾਡੇ, ਆਰਡਰ ਹੋ ਗਏ ਇਹਨਾਂ ਦੇ, ਬਰਫੀ ਦੇ ਡੱਬੇ ਆ ਜਾਣੇ। ਔਰ ਤੁਸੀਂ ਧਿਆਨ ਰੱਖਿਓ, ਪੈਸਾ ਨਾ ਛੱਡਿਓ ਜੇ।